हे गुरु बिनत करो अरदास सुनो जेठा कुरभावे देहो दर्श मन चाओ भगत एह मन ठहरावे भलियो चिराग अंधियार में सब कल उधरी नाम धर्म प्रगट सगल हर भावन में जन नानक गुरु पार ब्रह्म होवै सिफत खसम दी नूर अरशों कुरशों झटिए तुद डिठे सचे पातशाह मल जन्म जन्म दी कटिए सज्जन सच्चा पातशाह सिर साहंद जिस पास बैठिया सूहीए सबना दा वेसा सतनाम श्री वाहिगुरु साहिब जी राग सूही महला तीजा घर दसवां एक ओंकार सतगुर प्रसाद दुनिया ना सलाहे जो मर वंसी लोका ना सलाहे जो मार खाक थी दुनिया ना सालाहे जो मार वंयसी लोका ना सालाहे जो मार खाक थी वाहो मेरे साहिबा वाहो गुरमुख सदा सलाहिया सच्चा वे परवाहो वाहो मेरे साहिबा वाहो गुरमुख सदा सलाहिया सच्चा वे परवाहो रहाओ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ, ਇਲਾਹੀ ਬੋਲ ਆਪ ਜੀ ਨੇ ਸ਼ਰਵਨ ਕੀਤੇ ਹਨ। ਸਿੰਘ ਸਾਹਿਬ ਜੀ ਗੁਰਸੇਵਕ ਸਿੰਘ ਜੀ ਦੀ ਮਿੱਠੀ ਰਸਨਾ ਚੋਂ, ਮਿੱਠੀ ਆਵਾਜ਼ ਤੋਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਇਹ ਬੋਲ ਹਨ ਕਿ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਓ। ਇਲਾਹੀ ਬੋਲ ਜੇ ਘਟ ਤੋਂ ਉਚਾਰਨ ਕੀਤੇ ਜਾਣ ਤਾਂ ਉਹ ਸਿੱਧੇ ਹੀ ਮਨੁੱਖ ਦੇ ਹਿਰਦੇ ਤੱਕ ਪਹੁੰਚ ਜਾਂਦੇ ਨੇ, ਹਿਰਦੇ ਤੱਕ। ਕਿਉਂਕਿ ਸੰਤ ਸਿੰਘ ਜੀ ਮਸ਼ਕੀਨ ਕਹਿੰਦੇ ਸੀ, ਜਿਸਨੇ ਬੋਲ ਉਚਾਰਨ ਕਰਕੇ ਸੁਣਾਏ ਨੇ ਸੰਗਤਾਂ ਦੇ ਸਾਹਮਣੇ, ਜੇ ਉਹਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ, ਉਹ ਪ੍ਰੇਮ ਆਪ ਜੀ ਦੇ ਹਿਰਦੇ ਤੱਕ ਪਹੁੰਚੇਗਾ। ਜੇ ਆਪਣੇ ਕੋਲ ਹੀ ਪ੍ਰੇਮ ਨਹੀਂ ਹੈ ਤੇ ਗੁਸਤਾਖੀ ਮਾਫ, ਫਿਰ ਜਿਸ ਨੂੰ ਕਹਿੰਦੇ ਨੇ ਖਾਲੀ ਬੰਦੂਕ ਚਲਾਣੀ, ਤੇ ਫਿਰ ਹੋਣਾ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਜਿਤਨੇ ਪ੍ਰੇਮ ਅਦਬ ਨਾਲ ਆਪ ਜੀ ਨੂੰ ਸ਼ਰਵਨ ਕਰਾਏ ਹਨ ਬੋਲ ਗੁਰੂ ਅਮਰਦਾਸ ਸਾਹਿਬ ਜੀ ਦੇ, ਰਾਗ ਸੋਹੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੇ ਪਾਵਨ ਸ਼ਬਦ ਸੁਸ਼ੋਭਿਤ ਹੈ 755 ਅੰਗ ਤੇ। ਘਰ 10ਵਾਂ ਇਹ ਸੁਰ ਤਾਲ ਦੀ ਮਰਿਆਦਾ। ਸ਼ਬਦ ਬਹੁਤ ਵੱਡਾ ਹੈ, ਮੈਂ ਸ਼ਾਬਦਿਕ ਅਰਥਾਂ ਦੇ ਵਿੱਚ ਹੀ ਆਪ ਜੀ ਦੇ ਸਾਹਮਣੇ ਅਰਜ਼ ਕਰਾਂਗਾ, ਪਰ ਥੋੜਾ ਧਿਆਨ ਦੇ ਨਾਲ ਸੁਣਨਾ। ਕਿਉਂਕਿ ਕਈ ਦਫਾ ਕੀ ਹੁੰਦਾ ਹੈ, ਸ਼ਬਦ ਸੁਣ ਕੇ ਵੀ ਨਹੀਂ ਸੁਣ ਪਾਏ। ਕਾਰਨ ਕੀ ਸੀ? ਧਿਆਨ ਕਿਧਰੇ ਹੋਰ ਪਾਸੇ ਸੀ, ਤਨ ਕਰਕੇ ਬੈਠੇ ਸੀ, ਮਨ ਕਿਧਰੇ ਹੋਰ ਸੀ, ਤੇ ਗੁਸਤਾਖੀ ਮਾਫ, ਸੁਣ ਕੇ ਵੀ ਨਹੀਂ ਸੁਣ ਪਾਏ। ਲਿਖਾਰੀਆਂ ਦੀ ਦੁਨੀਆ ਦੇ ਵਿੱਚ ਇੱਕ ਮਰਿਆਦਾ ਹੈ ਕਿ ਕੁਝ ਵੀ ਲਿਖਣਾ ਹੋਵੇ ਤਾਂ ਪਹਿਲਾਂ ਮੰਗਲਾਚਰਨ। ਫਿਰ ਕੋਈ ਮੰਗਲਾਚਰਨ ਕਰਦਾ ਸੀ ਸਰਸਵਤੀ ਦਾ, ਤੇ ਕੋਈ ਮੰਗਲਾਚਰਨ ਕਰਦਾ ਸੀ ਸ਼੍ਰੀ ਗਣੇਸ਼ ਜੀ ਦਾ। ਰਹਿਬਰੀ ਪੁਰਸ਼ਾਂ ਦੀ ਸ਼੍ਰੰਖਲਾ ਵਿੱਚ ਜਦੋਂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਆਏ, ਆਪ ਜੀ ਨੇ ਮੰਗਲਾਚਰਨ ਨਾ ਸਰਸਵਤੀ ਦਾ ਕੀਤਾ, ਨਾ ਗਣੇਸ਼ ਜੀ ਦਾ ਕੀਤਾ। ਆਪ ਜੀ ਨੇ ਮੰਗਲਾਚਰਨ ਕੀਤਾ ਇੱਕ ਦਾ, ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਥੋੜਾ ਜਿਹਾ ਮੈਂ ਵਿਸਤਾਰ ਦੇ ਦਵਾਂ ਕਿ ਸਾਡੇ ਮੁਲਕ ਦੇ ਵਿੱਚ ਜਿਹੜੀ ਔਮ ਦੀ ਧੁਨ ਅਲਾਪੀ ਜਾਂਦੀ ਹੈ, ਤੇ ਇੱਕ ਮਨੌਤ ਹੈ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਹੋਰ ਹੈ, ਰੋਜੀ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਜਿਸ ਨੂੰ ਕਹਿੰਦੇ ਨੇ ਸ਼ਿਵ ਜੀ ਮਹਾਰਾਜ ਪਿਰਲੋ ਦਾਤੇ ਨੇ, ਵਿਸ਼ਨੂੰ ਜੀ ਮਹਾਰਾਜ ਜਗਤ ਨੂੰ ਰਿਜ਼ਕ ਦੇ ਰਹੇ ਨੇ, ਔਰ ਬ੍ਰਹਮਾ ਜੀ ਮਹਾਰਾਜ ਜਗਤ ਨੂੰ ਬਣਾ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ, ਬਣਾਉਣ ਵਾਲਾ ਵੀ ਉਹ ਇੱਕ ਹੈ, ਰੋਜੀ ਦੇਣ ਵਾਲਾ ਵੀ ਇੱਕ ਹੈ, ਫਿਰ ਮਿਟਾਉਣ ਵਾਲਾ ਵੀ ਇੱਕ ਹੈ। ਆਪ ਜੀ ਦੀ ਰਸਨਾ ਚੋਂ ਬੋਲ ਨਿਕਲੇ ਇੱਕ ਓੰਕਾਰ। ਆਕਾਰ ਉਕਾਰ ਮਕਾਰ अर्ध बिंद फुन जान, तीनों के समुदाय से एक ओंकार पहचान। तो वो एक किसकी रहमत नाल प्राप्त होवेगा? आप जी कहते ने सतगुरु प्रसाद। गुरु दे बोल ये तू कबूल कर ते एक नाल मिलन होवेगा। धन गुरु अमरदास साहब दे जो बोल हैं आप जी ने श्रवण कीते मेरे अजीज मित्र गुरसेवक सिंह जी पासों।
ਦੁਨੀਆ ਨਾ ਸਾਲਾਹੇ ਜੋ ਮਰ ਵੰਨ ਸੀ। ਐ ਪੁਰਖਾ ਤੂੰ ਦੁਨੀਆ ਦੀ ਤਾਰੀਫ ਕਿਉਂ ਕਰਦਾ ਹੈ ਇਤਨੀ, ਖੁਸ਼ਾਮਦ ਕਿਉਂ ਕਰਦਾ ਹੈ? ਜੋ ਦੁਨੀਆ ਅੱਜ ਹੈ ਕੱਲ ਨਹੀਂ ਹੋਵੇਗੀ, ਕੱਲ ਨਹੀਂ ਹੋਵੇਗੀ। ਲੋਕਾਂ ਨੂੰ ਸਾਲਾਹੇ ਜੋ ਮਰ ਖਾਕ ਤੇ, ਜਿਨ੍ਹਾਂ ਦੀ ਤੂੰ ਤਾਰੀਫ ਕਰਦਾ ਪਿਆ ਹੈ ਇਸਨੇ ਅੱਜ ਨਹੀਂ ਤਾਂ ਕੱਲ ਖਾਕ ਹੋ ਜਾਣਾ। ਮੈਨੂੰ ਛੋਟੀ ਜਿਹੀ ਗੱਲ ਚੇਤੇ ਆ ਗਈ ਬਲੇਸ਼ਾ ਦੀ। ਬਲੇਸ਼ਾ ਕਹਿੰਦਾ ਹੈ ਮਿੱਟੀ ਦਾ ਬਣਿਆ ਹੋਇਆ ਮਨੁੱਖ ਮਿੱਟੀ ਦੇ ਹਥਿਆਰਾਂ ਨਾਲ ਟਾਕਰਾ ਕਰਦਾ ਹੈ, ਮਿੱਟੀ ਦੇ ਮਨੁੱਖ ਦੇ ਨਾਲ, ਮਿੱਟੀ ਵਾਸਤੇ ਹੀ ਜੰਗ ਕਰਦਾ ਹੈ, ਔਰ ਜੰਗ ਕਰਦਿਆਂ ਕਰਦਿਆਂ ਇੱਕ ਦਿਨ ਆਪ ਵੀ ਖਾਕ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਮਿੱਟੀ ਦੀ ਖੇਡ। ਤਾਂ ਸਾਹਿਬ ਕਹਿੰਦੇ ਨੇ ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੇ। ਤੇ ਫਿਰ ਕੀ ਕਰੀਏ? ਵਾਹ ਮੇਰੇ ਸਾਹਿਬਾ ਵਾਹ, ਐ ਪ੍ਰਭੂ ਤੂੰ ਧਨ ਹੈ ਤੂੰ ਵਾਹ ਹੈ। ਜਦੋਂ ਮਨੁੱਖ ਦੀ ਬਿਰਤੀ ਦੇ ਵਿੱਚ ਸੋਚ ਮੰਡਲ ਸੀਮਿਤ ਹੋ ਜਾਵੇ, ਬੋਲਣ ਵਾਸਤੇ ਕੁਝ ਵੀ ਨਾ ਰਵੇ, ਉਦੋਂ ਬੋਲ ਨਿਕਲਦੇ ਨੇ ਵਾਹ। ਹੈਰਾਨ ਕੁਨ ਅਵਸਥਾ, ਵਿਸਮਾਦ ਦੀ ਅਵਸਥਾ, ਕਹਿਣ ਵਾਸਤੇ ਕੁਝ ਵੀ ਨਹੀਂ ਬਚਿਆ। ਐ ਮੇਰੇ ਪ੍ਰਭੂ ਤੂੰ ਧਨ ਹੈ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹ। ਗੁਰੂ ਦੇ ਬੋਲ ਸੁਣ ਕੇ ਉਸ ਤੋਂ ਸਲਾਹ, ਉਸ ਦੀ ਸਿਫਤ ਕਰ ਜੋ ਵੇ ਪਰਵਾਹ ਹੈ। ਤਾਂ ਫਿਰ ਵੇ ਪਰਵਾਹ ਨੂੰ ਜਪਦਿਆਂ ਜਪਦਿਆਂ ਮਨੁੱਖ ਦੀ ਅਵਸਥਾ ਕਿੱਥੇ ਤੱਕ ਪਹੁੰਚਦੀ ਹੈ? ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ, ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ। ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ। ਇਹ ਖਿਆਲਾਤ ਆਪ ਜੀ ਦੇ ਸਾਹਮਣੇ ਨੇ, ਕਿਉਂਕਿ ਮਨੁੱਖ ਦੀ ਇੱਕ ਫਿਤਰਤ ਹੈ। ਮਨੁੱਖ ਆਪਣੀ ਤਾਰੀਫ ਕਰਾਂਦਾ ਹੈ ਮਨੁੱਖ ਪਾਸੋਂ, ਤੇ ਗੁਸਤਾਖੀ ਮਾਫ। ਮਨੁੱਖ ਦੀ ਵੀ ਫਿਤਰਤ ਹੈ, ਦੂਜੇ ਦੀ ਤਾਰੀਫ ਕਰਦਾ ਹੈ, ਤਾਰੀਫ ਕਰਦਾ। ਆਪ ਜੀ ਨੇ ਬਹੁਤ ਦਫਾ ਦੇਖਿਆ ਕਿ ਮਨੁੱਖ ਮਨੁੱਖ ਤੋਂ ਤਾਰੀਫ ਕਰਾਂਦਾ ਹੈ, ਔਰ ਜੇ ਕਿਧਰੇ ਮਨੁੱਖ ਤਾਰੀਫ ਕਰਨੋਂ ਹਟ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ? ਫਿਰ ਦੀਵਾਰਾਂ ਤੋਂ ਤਾਰੀਫ ਕਰਾਂਦਾ ਹੈ, ਪੱਥਰਾਂ ਤੋਂ ਤਾਰੀਫ ਕਰਾਂਦਾ ਹੈ। ਥਾਂ ਥਾਂ 'ਤੇ ਪੱਥਰ ਲੱਗੇ ਹੁੰਦੇ ਨੇ, ਇਹ ਸੇਵਾ ਫਲਾਣੇ ਬੰਦੇ ਨੇ ਕੀਤੀ ਹੈ, ਫਲਾਣੇ ਬੰਦੇ ਨੇ ਕੀਤੀ ਹੈ। ਪਰ ਇਸ ਨੂੰ ਕੌਣ ਦੱਸੇ ਕਿ ਸਮੇਂ ਦੇ ਮੁਤਾਬਿਕ ਜਦੋਂ ਉਹ ਮਨੁੱਖ ਤੇਰੀ ਤਾਰੀਫ ਕਰਦਿਆਂ ਕਰਦਿਆਂ ਰੁਖਸਤ ਕਰ ਗਿਆ, ਇੱਕ ਦਿਨ ਇਹ ਪੱਥਰ ਜੋ ਨਿਰਜੀਵ ਹੈ ਇਹ ਵੀ ਖਤਮ ਹੋ ਜਾਏਗਾ। ਦੁਨੀਆ ਨਾ ਸਾਲਾਹੇ ਜੋ ਮਰ ਵੰਨ ਸੀ। ਜਿਸਨੇ ਫਨਾ ਹੋ ਜਾਣਾ ਉਹਦੀ ਤਾਰੀਫ ਨਾ ਕਰ। ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਤੋ ਦੁਨੀਆ ਦੀ ਤੇ ਲੋਕਾਂ ਦੀ ਤਾਰੀਫ ਨਾ ਕਰ, ਕਿਉਂਕਿ ਇਹਨਾਂ ਨੇ ਇੱਕ ਦਿਨ ਖਾਕ ਹੋ ਜਾਣਾ ਜੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪਰਵਾਹੋ। ਵਾਹ ਮੇਰੇ ਸਾਹਿਬਾ ਵਾਹ, ਤੂੰ ਧਨ ਹੈ ਤੂੰ ਧਨ ਹੈ। ਕਿਉਂਕਿ ਆਪ ਜੀ ਨੇ ਜੋ ਮਖਲੂਕ ਬਣਾਈ ਹੈ, ਵੱਖ ਵੱਖ ਕਿਸਮ ਦੇ ਜੀਵ, ਵੱਖ ਵੱਖ ਕਿਸਮ ਦੇ ਪੰਛੀ, ਵੱਖ ਵੱਖ ਕਿਸਮ ਦੇ ਪਸ਼ੂ, ਤੇ ਕਈ ਦਫਾ ਮੈਂ ਹੈਰਾਨ ਹੋ ਜਾਣਾ ਕਿ ਇੱਕ ਕਬੂਤਰ ਕవ్ਵੇ ਨਾਲ ਮੇਲ ਨਹੀਂ ਖਾਂਦਾ, ਕਬੂਤਰ ਕੋਇਲ ਨਾਲ ਮੇਲ ਨਹੀਂ ਖਾਂਦਾ, ਸ਼ੇਰ ਗਊ ਨਾਲ ਮੇਲ ਨਹੀਂ ਖਾਂਦੀ। ਜੇ ਹੋਰ ਕਿਧਰੇ ਗਰਾਈ ਵਿੱਚ ਜਾਈਏ ਤਾਂ ਇੱਕ ਸ਼ੇਰ ਦੂਜੇ ਸ਼ੇਰ ਨਾਲ ਮੇਲ ਨਹੀਂ ਖਾਂਦਾ, ਇੱਕ ਮਨੁੱਖ ਦੂਜੇ ਮਨੁੱਖ ਦੇ ਨਾਲ ਮੇਲ ਨਹੀਂ ਖਾਂਦਾ। ਤੇ ਜੇ ਕਿਧਰੇ ਆਪਾਂ ਹੋਰ ਗਰਾਈ ਵਿੱਚ ਵਿਚਾਰ ਕਰੀਏ
ਤਾਂ ਇੱਕ ਮਨੁੱਖ ਦੇ ਥੰਬ ਦੇ ਨਿਸ਼ਾਨ ਦੂਜੇ ਮਨੁੱਖ ਦੇ ਥੰਬ ਦੇ ਨਿਸ਼ਾਨ ਵਰਗੇ ਨਹੀਂ ਹਨ। ਤਾਂ ਕਿਤਨੀ ਤਸਵੀਰਾਂ, ਕਿਤਨੀ ਮੂਰਤਾਂ ਉਸ ਪ੍ਰਭੂ ਦੇ ਦਰਬਾਰ ਵਿੱਚ ਮੌਜੂਦ ਨੇ। ਸਾਹਿਬ ਕਹਿੰਦੇ ਨੇ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪਰਵਾਹ। ਤੂੰ ਗੁਰੂ ਦੇ ਬੋਲ ਲੈ ਕੇ ਉਹਦੀ ਸਿਫਤ ਕਰ, ਕਿਉਂਕਿ ਕਈ ਦਫਾ ਲੋਕ ਪੁੱਛਦੇ ਨੇ, ਗਿਆਨੀ ਜੀ ਸਿਫਤ ਕਿਵੇਂ ਕਰੀਏ ਪ੍ਰਭੂ ਦੀ, ਗੁਰੂ ਦੀ ਸੇਵਾ ਕਿਵੇਂ ਕਰੀਏ? ਤਾਂ ਮੈਂ ਅਰਜ਼ ਕਰਨਾ, ਗੁਰ ਕੀ ਸੇਵਾ ਗੁਰੂ ਸ਼ਬਦ ਵਿਚਾਰ ਹੈ। ਜਿਵੇਂ ਜਿਵੇਂ ਗੁਰੂ ਦੇ ਬੋਲ ਸੁਣਦੇ ਗਏ ਔਰ ਜੀਵਨ ਵਿੱਚ ਉਤਾਰਦੇ ਗਏ, ਉਹ ਆਪ ਨਿਰੰਕਾਰ ਬੇਪਰਵਾਹ ਹੈ। ਸਮਾਂ ਪਾ ਕੇ ਆਪ ਜੀ ਨੂੰ ਵੀ ਉਹ ਬੇਪਰਵਾਹ ਬਣਾ ਦੇਵੇਗਾ ਜੀ। ਰਹਾਉ ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜਮਪੁਰ ਬੱਦੇ ਮਾਰੀ ਹੈ, ਵੇਲਾ ਨਾ ਲਾਹਨ। ਸਾਹਿਬ ਜੀ ਕਹਿੰਦੇ ਨੇ, ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ। ਜਿਹੜੀ ਦੁਨੀਆ ਦੀ ਦੋਸਤੀ ਹੈ ਉਹ ਕਿਸੇ ਨਾ ਕਿਸੇ ਤਲ ਤੇ ਖੜੀ ਹੈ, ਤਲ ਤੇ ਖੜੀ ਹੈ। ਕਿਸ ਤਲ ਤੇ? ਮਨੁੱਖ ਕਹਿ ਦਿੰਦਾ ਹੈ ਕਿ ਮੈਂ ਤੇਰੇ ਵਾਸਤੇ ਕੁਝ ਕਰਾਂ, ਤੂੰ ਮੇਰੇ ਵਾਸਤੇ ਕੁਝ ਕਰ। ਯੂ ਡੂ ਦਿਸ ਫॉर ਮੀ ਐਂਡ ਆਈ ਵਿਲ ਡੂ ਦੈਟ ਫॉर ਯੂ। ਕੁਝ ਤੂੰ ਮੈਨੂੰ ਦੇ, ਕੁਝ ਮੈਂ ਤੈਨੂੰ ਦੇਵਾਂ। ਇੱਕ ਦੂਜੇ ਦੀ ਜਿਹੜੀ ਦੋਸਤੀ ਹੈ ਮੰਗ ਤੇ ਖੜੀ ਹੋਈ ਹੈ। ਜਿਸ ਦਿਨ ਮੰਗ ਖਤਮ ਹੋ ਗਈ, ਲੈਣ ਦੇਣ ਖਤਮ ਹੋ ਗਿਆ, ਕਹਿੰਦੇ ਨੇ ਫਿਰ ਉਹ ਦੋਸਤੀ ਵੀ ਉੱਥੇ ਹੀ ਖਤਮ ਹੋ ਜਾਂਦੀ ਹੈ। ਜੰਪੁਰ ਬੱਧੇ ਮਾਰੀ ਹੈ, ਵੇਲਾ ਨਾ ਲਹਿਨ। ਜਮ ਕਿਸ ਨੂੰ ਕਹਿੰਦੇ ਨੇ? ਕਈ ਦਫਾ ਅਸੀਂ ਸਮਝ ਲੈਂਦੇ ਹਾਂ ਕਿ ਸ਼ਾਇਦ ਜਮ ਉਹਨਾਂ ਦੀ ਕੋਈ ਤਸਵੀਰ ਹੋਵੇਗੀ, ਪਰ ਨਹੀਂ। ਆਲਮਾਂ ਦਾ ਕਹਿਣਾ ਹੈ ਕਿ ਜਮ ਇੱਕ ਐਸੀ ਸ਼ਕਤੀ ਹੈ ਜੋ ਵਾਰ-ਵਾਰ ਜੰਮਣ ਤੇ ਮਜਬੂਰ ਕਰਦੀ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਵਾਰ-ਵਾਰ ਜਨਮ ਲੈਣਾ, ਵਾਰ-ਵਾਰ ਮਰਨਾ। ਕਹਿੰਦੇ ਨੇ ਫਿਰ ਤੈਨੂੰ ਐਸਾ ਵੇਲਾ ਪ੍ਰਾਪਤ ਨਹੀਂ ਹੋਵੇਗਾ ਜੋ ਅੱਜ ਤੈਨੂੰ ਮੌਕਾ ਮਿਲਿਆ ਹੋਇਆ। ਇਤਨਾ ਸੁੰਦਰ ਸਰੀਰ ਤੂੰ ਦੇਖ ਸਕਦਾ ਹੈ, ਤੂੰ ਬੋਲ ਸਕਦਾ ਹੈ, ਤੂੰ ਗਾ ਸਕਦਾ ਹੈ, ਕਿਉਂਕਿ ਇਹ ਜੋ ਬੋਲਣ ਦੀ ਜਿਹੜੀ क्षमता है और हसन की जिहड़ी सौगात है, ये परमात्मा ने एक मनुख की झोली विच पाई है। कदे पशु नूं हसते नहीं देखिया, कदे पशु नूं प्रभु दे गीत गाते नहीं देखिया। कारण की है? क्योंकि पशु ने पशु बनना सी, बन गया, बन गया। कुत्ते ने कुत्ता बनना सी, गुस्ताखी माफ बन गया। शेर ने शेर बनना सी, शेर बन गया। इस तो अगां कुछ नहीं बनेगा। पर हाँ, मनुख दे विच बहुत कुछ संभावना है। मनुख चाहे तो देवता बन सकता है, मनुख चाहे तो फिर पशु भी बन सकता है, जे किधरे उन्होंने संगत मिल जाए। तो साहिब कहते ने, तू उस निरंकार की संगत कर। ये अज तेरे कोल समा है, अज मौका है। गुरमुख जन्म सकार था, सच्चे शब्द लगान, आत्म राम परगासिया, सहजे सुख रहान। कहते ने गुरमुखां दा जन्म सकारत है, लाहा लै गए ने। मैंने एक छोटी जी गल याद आ गई, उदाहरण आप जी दे सामने रखा। कबीर साहब महाराज नूं किसी ने आके कहा, महाराज कोई पूरा हो गया। धन कबीर साहब महाराज कहन लगे, हाँ लगता है कोई जुआरी जुए की बाजी हार के चला गया है। महाराज इसने कदे जुआ तो खेडी नहीं है, पर बाजी किवें हार गया? तो धन कबीर साहब महाराज कहते हैं, मैं तो पुकार पुकार के कहना, पुकार पुकार के, कि जीवन की बाजी तू जित के जा रहा है ਜਾਂ ਹਾਰ ਕੇ ਜਾ ਰਹੀ ਹਾਂ, ਹਾਰ ਕੇ ਜਾ ਰਹੀ ਹਾਂ। ਗੁਸਤਾਖੀ ਮਾਫ, ਕਈਆਂ ਦੀ ਜਿਹੜੀ ਜੀਵਨ ਦੀ ਬਾਜੀ ਹੈ ਉਹ ਤਾਂ ਹਾਰ ਕੇ ਹੀ ਜਾਂਦੇ ਨੇ। ਵਿਰਲੇ ਹਨ ਜਿਹੜੇ ਕਿ ਇਸ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਗੁਰਮੁਖ ਜਨਮ ਸਕਾਰ ਥਾ, ਸੱਚੇ ਸ਼ਬਦ ਲਗਨ। ਹੁਣ ਸ਼ਬਦ ਕੀ ਹੈ? ਕਈ ਦਫਾ
तो ध्यान देना, शब्द उपदेश नूं कहंदे ने, शब्द नाद नूं कहंदे ने, शब्द धुन नूं कहंदे ने, शब्द ज्ञान नूं कहंदे ने, शब्द प्रकाश नूं कहंदे ने। पर जेकर गज के मैं अर्ज करा, मूल रूप विच शब्द तो भाव है ज्ञान उपदेश। तो जिन्हों ने इस उपदेश नूं कबूल कर लिया, आत्म राम प्रगासिया सहजे सुख रवन। कहते ने आत्म राम प्रगासिया। कई दफ़ा की होंदा है, जदों अंतिम संस्कार ते जाने आ, चौथे दी रस्म आती है तो कहते ने एक हड्डी का टुकड़ा लैके कहते ने ये आत्म राम है। हद हो गई। आत्म राम शब्द निरंकार वास्ते जुड़िया है, जो आत्मा का राम है, आत्मा का मालिक। जपदियाँ जपदियाँ वो आत्म राम प्रगट हो गया। हुण किस तरह प्रगट होएगा? जो आत्म राम है, जो साडे प्राण हन, वो नाभि दे विच ने, थोड़े जे खुले ने, जिन्हां करके असीं बोल सकते हैं, विचार कर सकते हैं। हुण इस नाभि ते चोट लगदी है, या तां मौत दी या शब्द दी। जदों इस नाभि ते चोट लगदी है मौत दी, तो तन मर जाता है, मन नहीं मरिया। और जे किधरे इस नाभि ते प्राणा नूं चोट लगदी है शब्द दी, तो फिर मन मर जाता है, तन जीवित रहिंदा है। जिदा मन मर गया तो समझ लेना कि आत्म राम प्रगासिया सहजे सुख रहन। उन्हां दा सारा ही जीवन सहजता विच है, अनंतमय जीवन है जी। गुर का शब्द विसारिया दूजे भाई रचन, तिसना भुख ना उतरै अन दिन जलत फिरन। साहिब कहते ने गुरु का जो शब्द से विसार दिता, द्वैत करके विसर गया उन शब्द। उपदेश विसर गया, मनुख की चेतना दे विच नहीं रहा। कई बारी मैं हैरान होना कि इक्को वार के दो वार माँ ने कहा होना ये आप जी का पिता है, ये आप जी की दादी माँ है, ये आप जी का दादा जी है। सारे रिश्ते नाते सानू उड़क तक याद रहंदे ने, उड़क तक याद रहंदे ने। पर हैरानगी की गल है, निरंकार की गल रोज़ सुनाते हाँ, रोज़ सुनते हाँ, गुस्ताखी माफ तां भी रब साडे चित्त विच नहीं आ रहा है, साडे चेते विच नहीं आ रहा है। इसका कारण की है? कहते ने दूजे भाई रचन, क्योंकि असी द्वैत विच रचे गए हाँ, ते तृष्णा करके, तृष्णा भुख ना उतरे अन दिन जलत फिरन। तृष्णा होर चाहिदा है, होर चाहिदा है, होर चाहिदा है। जितना कुछ मेरे कोल है ये थोड़ा है। आप जी नूं मैं अर्ज करा, ये मन की फितरत है। मनुख दे कोल जो कुछ नहीं है उत्थे मनुख का ध्यान जाता है, जो है उहदे वल ध्यान नहीं जाता, नहीं जाता। शेख शादी साहब कहते सी, मैं रोज़ खुदा नूं कहंदा सी, ऐ खुदा लोग कहते ने तू दयावान है, पर मैं कहना तू दयावान नहीं है, नहीं है। जदों मसीत विच जांदे आ नमाज अदा करन वास्ते पैर सड़दे ने, इतने भी पैसे नहीं ने कि जोड़े लेके पा लीए पैरों विच, इतनी गरीबी है। तो शेख शादी साहब जी कहन लगे, एक दिन मेरी रसना चों बोल तो नहीं निकले, पर मेरे नेत्र सजल हो गए जदों मैं एक ऐसे मनुख नूं देखिया जिन्हां दे दोवें पैर नहीं हन, पर फिर भी खुदा दा शुकराना करदा पिया है। शुकराना, उहदे कोल पैर नहीं ने, वो खुदा दा शुकराना करदा पिया है। मेरे कोल चप्पल नहीं है, मैं गिला शिकवा करदा पिया। ये तृष्णा है, इहदे विच ही मनुख सड़दा पिया जी। दुष्टा नाल दोस्ती नाल संता वैर करन, आप डुबे कुटुंब स्यों सगले कुल डोबन। दुष्टां नाल दोस्ती, दुष्ट किहड़े ने? मैं अर्ज करा,
ਕਾਮ ਤੋਂ ਵੱਡਾ ਦੁਸ਼ਟ ਕੋਈ ਨਹੀਂ ਹੈ, ਕ੍ਰੋਧ ਤੋਂ ਵੱਡਾ ਦੁਸ਼ਟ ਕੋਈ ਨਹੀਂ ਹੈ, ਲੋਭ ਤੇ ਅਹੰਕਾਰ ਤੋਂ ਵੱਡਾ ਦੁਸ਼ਟ ਕੋਈ ਵੀ ਨਹੀਂ ਹੈ, ਕੋਈ ਨਹੀਂ ਹੈ। ਪਰ ਹਾਂ, ਜੇ ਕਾਮ ਸੀਮਾ ਵਿੱਚ ਹੈ ਤਾਂ ਸੌਗਾਤ ਹੈ, ਜੇ ਕਾਮ ਸੀਮਾ ਤੋਂ ਬਾਹਰ ਹੋ ਗਿਆ ਵਿਕਾਰ ਹੋ ਗਿਆ, ਵਿਕਾਰ ਹੋ ਗਿਆ। ਜੇ ਲੋਭ ਸੀਮਾ ਦੇ ਵਿੱਚ ਹੈ ਤਾਂ ਸੌਗਾਤ ਹੈ, ਸੀਮਾ ਤੋਂ ਬਾਹਰ ਹੋ ਗਿਆ ਤਾਂ ਫਿਰ ਵਿਕਾਰ ਬਣ ਗਿਆ। ਤੇ ਇਹਨਾਂ ਕਰਕੇ ਕਹਿੰਦੇ ਨੇ ਫਿਰ ਮਨੁੱਖ ਦੇ ਜੀਵਨ ਵਿੱਚ ਜੋ ਇਲਾਹੀ ਭਾਵ ਹੁੰਦੇ ਨੇ ਉਹ ਪ੍ਰਗਟ ਨਹੀਂ ਹੁੰਦੇ ਨੇ। ਦੁਸ਼ਟਾਂ ਨਾਲ ਦੋਸਤੀ, ਕਹਿੰਦੇ ਨੇ ਨਾਲ ਸੰਤਾਂ ਵੈਰ ਕਰਨ, ਜਿਹੜੇ ਦੇਵੀ ਗੁਣ ਹਨ ਉਹਨਾਂ ਦੇ ਨਾਲ ਸਾਡੀ ਦੁਸ਼ਮਣੀ ਹੈ, ਗੁਰਮੁਖਾਂ ਦੇ ਨਾਲ ਸਾਡੀ ਦੁਸ਼ਮਣੀ ਹੈ। ਫਿਰ ਹਸ਼ਰ ਕੀ ਹੋਇਆ? ਆਪ ਡੁੱਬੇ ਕੁਟੁੰਬ ਸਿਉ ਸਗਲੇ ਕੁਲ ਡੋਬਨ। ਆਪ ਤਾਂ ਡੁੱਬ ਗਿਆ, ਕੁਲ ਵੀ ਡੁੱਬ ਗਈ, ਕੁਲ ਵੀ ਡੁੱਬ ਗਈ। ਹੁਣ ਇਹ ਵੇਖ ਲੈਣਾ ਕਿ ਇੱਕ ਮਨੁੱਖ ਨੇ ਗੁਨਾਹ ਕੀਤਾ, ਕਹਿੰਦਾ ਨੇ ਆਪ ਵੀ ਡੁੱਬ ਗਿਆ ਤੇ ਕੁਲ ਵੀ ਡੁੱਬ ਗਿਆ। ਇਤਨੀ ਵੱਡੀ ਸਜ਼ਾ, ਹਾਂ ਇਤਨੀ ਵੱਡੀ ਸਜ਼ਾ। ਕਿਉਂਕਿ ਸਾਹਿਬ ਨੇ ਫਿਰ ਇਹ ਵੀ ਕਿਹਾ ਕਿ ਜੇ ਇੱਕ ਨੇ ਇਬਾਦਤ ਕੀਤੀ ਹੈ ਤਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਦਾ ਪਾਵਨ ਸ਼ਬਦ ਹੈ ਕਿ ਜਿਨੇ ਨਾਮ ਧਿਆਇਆ ਗਏ ਮਸ਼ੱਕਤ ਗਾਲ, ਨਾਨਕ ਤੇ ਮਖੂਜ ਲੈ ਹੋਰ ਕੀਤੀ ਛੁੱਟੀ ਨਾਲ। ਗੁਰੂ ਅੰਗਦ ਦੇਵ ਸਾਹਿਬ ਦਾ ਸਲੋਕ ਹੈ। ਹੋਰ ਸ਼ਬਦ ਜੋੜ ਦਿੱਤਾ ਕਿ ਸੰਗੀ ਸਾਥੀ ਸਗਲ ਤਰਾਈ, ਜੇ ਕਿਧਰੇ ਤੇਰਾ ਜੀਵਨ ਇਸ ਤਰ੍ਹਾਂ ਦਾ ਬਣ ਜਾਵੇ ਤਾਂ। ਹਾਂਜੀ। ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾ, ਨਰਕੇ ਘੋਰ ਪਵਨ। ਨਿੰਦਾ ਭਲੀ ਕਿਸੇ ਕੀ ਨਹੀਂ। ਮਨੁੱਖ ਕਹਿ ਦਿੰਦਾ ਹੈ ਗਿਆਨੀ ਜੀ, ਜੇ ਕਿਧਰੇ ਮੈਂ ਸੱਚ ਬੋਲ ਰਿਹਾ, ਕਿਧਰੇ ਨਿੰਦਾ ਤਾਂ ਨਹੀਂ ਹੋ ਰਹੀ ਕਿਸੇ ਦੀ। ਪਰ ਨਿੰਦਾ ਕਿਸ ਨੂੰ ਕਹਿੰਦੇ ਨੇ? ਫੁੱਲ ਨੂੰ ਫੁੱਲ ਕਹਿਣਾ ਫੁੱਲ ਦੀ ਤਾਰੀਫ ਨਹੀਂ ਹੈ। ਕੰਡੇ ਨੂੰ ਕੰਡਾ ਕਹਿਣਾ ਕੰਡੇ ਦੀ ਨਿੰਦਾ ਨਹੀਂ ਹੈ। ਕੰਡੇ ਨੂੰ ਫੁੱਲ ਕਹਿ ਦੇਣਾ ਕੰਡੇ ਦੀ ਤਾਰੀਫ ਹੈ, ਔਰ ਫੁੱਲ ਨੂੰ ਕੰਡਾ ਕਹਿ ਦੇਣਾ ਇਹ ਫੁੱਲ ਦੀ ਤੋਹੀਨ ਹੈ, ਇਹ ਫੁੱਲ ਦੀ ਨਿੰਦਾ ਹੈ। ਤੋ ਬਾਬਾ ਫਰੀਦ ਜੀ ਕਹਿੰਦੇ ਸੀ, ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾਂ, ਨਰ ਕੈ ਘੋਰ ਪਵਨ। ਕਹਿੰਦੇ ਨੇ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਹੈ, ਕਿਸੇ ਦੀ ਵੀ ਨਹੀਂ ਕਰਨੀ। ਕਿਉਂਕਿ ਇੱਕ ਦਿਨ ਸੰਤ ਸਿੰਘ ਜੀ ਨੂੰ, ਮਸ਼ਕੀਨ ਜੀ ਨੂੰ ਕਿਸੇ ਨੇ ਪੁੱਛ ਲਿਆ, ਗਿਆਨੀ ਜੀ ਪਾਠ ਤਾਂ ਕਰਦੇ ਆ ਪਰ ਮਨ ਨਹੀਂ ਟਿਕਦਾ, ਇਹਦਾ ਕੁਝ ਫਲ ਮਿਲੇਗਾ? ਸੰਤ ਜੀ ਕਹਿਣ ਲੱਗੇ, ਜੇ ਮਨ ਨਹੀਂ ਟਿਕਦਾ ਤਾਂ ਘੱਟ ਤੋਂ ਘੱਟ ਉਤਨੀ ਦੇਰ ਕਿਸੇ ਦੀ ਨਿੰਦਾ ਤਾਂ ਨਹੀਂ ਕਰਦੇ, ਪਾਠ ਹੀ ਕਰਦੇ ਪਏ ਹੋ, ਕਿਸੇ ਦੀ ਨਿੰਦਾ ਨਹੀਂ ਕਰਨੀ। ਨਹੀਂ ਤਾਂ ਇਹਦੀ ਸਜ਼ਾ ਕੀ ਹੈ? ਨਰਕੇ ਘੋਰ ਪਵਨ। ਏ ਮਨ ਜੈਸਾ ਸੇਵਹਿ ਤੈਸਾ ਹੋਵਹਿ, ਤੇਹ ਕਰਮ ਕਮਾਏ, ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਐ ਮਨ ਨੂੰ ਇਹ ਉਪਦੇਸ਼ ਕੀਤਾ ਹੈ ਕਿ ਤੂੰ ਜਿਸ ਨੂੰ ਸੇਵੇਂਗਾ ਉਸੇ ਵਰਗਾ ਹੀ ਹੋ ਜਾਏਗਾ, ਉਸੇ ਵਰਗਾ ਹੀ। ਨਿਰੰਕਾਰ ਨੂੰ ਜਪਦੀਆਂ ਜਪਦੀਆਂ ਤੂੰ ਨਿਰੰਕਾਰ ਵਰਗਾ ਹੀ ਹੋ ਜਾਏਗਾ। ਉਸ ਨੂੰ ਜਪਦੀਆਂ ਜਪਦੀਆਂ ਤੇਰੇ ਜੀਵਨ ਦੇ ਵਿੱਚ ਜਿਹੜੇ ਕਰਮ ਹਨ ਉਹ ਸਮਰ ਜਾਣਗੇ। ਕਿਉਂ? ਕਿਉਂਕਿ ਇੱਕ ਬਹੁਤ ਵੱਡੀ ਮਰਿਆਦਾ ਹੈ। ਕਿਹੜੀ? ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਛੂ ਨਾ ਜਾਏ। ਆਪ ਜੀ ਨੂੰ ਖਬਰ ਹੈ, ਆਪ ਜੀ ਨੇ ਕਣਕ ਬੀਜੀ ਹੈ ਤਾਂ ਆਪ ਜੀ ਦੀ ਬੀਜੀ ਹੋਈ ਕਣਕ ਕਈ ਦਫਾ ਅਮਰੀਕਾ ਪਹੁੰਚ ਜਾਂਦੀ ਹੈ, ਇੰਗਲੈਂਡ ਪਹੁੰਚ ਜਾਂਦੀ ਹੈ। ਬੀਜੀ ਆਪ ਜੀ ਨੇ, ਕਟਾਈ ਕਿਸੇ ਹੋਰ ਨੇ ਕੀਤੀ ਹੈ, ਆਟਾ ਕਿਸੇ ਹੋਰ ਨੇ ਤਿਆਰ ਕੀਤਾ ਹੈ, ਪ੍ਰਸ਼ਾਦੇ ਕੋਈ ਹੋਰ ਛਕਦਾ ਪਿਆ ਹੈ। ਪਰ ਧਾਰਮਿਕ ਦੁਨੀਆ ਦੇ ਵਿੱਚ ਐਸਾ ਨਹੀਂ ਹੈ। ਪੁਰਖਾ ਜੇ ਕਰਮ ਤੂੰ ਕੀਤੇ ਨੇ ਤੇ ਫਿਰ ਦੂਜਾ ਤੀਜਾ ਚੌਥਾ ਪੰਜਵਾਂ ਨਹੀਂ ਖਾਏਗਾ, ਤੈਨੂੰ ਹੀ ਖਾਣੇ ਪੈਣਗੇ। ਆਪੇ ਬੀਜ ਆਪੇ ਹੀ ਖਾਓ। ਜਦੋਂ ਸਾਨੂੰ ਖੁਦ ਨੂੰ ਹੀ ਖਾਣਾ ਪਏਗਾ ਤੇ ਫਿਰ ਮਾੜਾ ਬੀਜ ਕਿਉਂ ਬੀਜੀਏ? ਤਾਂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਸੰਵਾਰ, ਤੇ ਜਦੋਂ ਇਹ ਬੀਜ ਤੈਨੂੰ ਖੁਦ ਨੂੰ ਹੀ ਖਾਣਾ ਪਏਗਾ, ਦੂਜੇ ਤੀਜੇ ਤੇ ਤੂੰ ਦੋਸ਼
नहीं लगा सकता जी। महापुरखा का बोलना हुवै कितै परथाए, ओए अमृत भरे भरपूर हाहे, उना तिल ना तमाए। महापुरखां का बोलना होवे किते परथाए। संत अतर सिंह जी महाराज एक गल कहंदे सी कि कोई संत बोलदा होवे ਉਹਦੇ ਬੋਲ ਫਰਿਸ਼ਤੇ ਲੈ ਜਾਂਦੇ ਨੇ, ਔਰ ਜਦੋਂ ਸਮਾਂ ਆਉਂਦਾ ਹੈ ਉਹ ਬੋਲ ਪੁੱਗਦੇ ਨੇ। ਕਦੇ ਗੁਰਮੁਖਾਂ ਦੇ ਬੋਲ ਬੇਅਰਥ ਨਹੀਂ ਜਾਂਦੇ, ਅਨਰਥ ਨਹੀਂ ਜਾਂਦੇ। ਕਿਉਂ? ਕਿਉਂਕਿ ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਉਹ ਅੰਮ੍ਰਿਤ ਦੇ ਨਾਲ ਭਰੇ ਹੁੰਦੇ ਨੇ। ਤਿਲ ਜਿਤਨੀ ਵੀ ਉਹਨਾਂ ਦੇ ਦਿਲ ਵਿੱਚ ਤਮਾ ਨਹੀਂ ਆਉਂਦੀ, ਅਗਿਆਨਤਾ ਨਹੀਂ ਆਉਂਦੀ, ਕੋਈ ਖਿੱਚ ਨਹੀਂ ਆਉਂਦੀ ਜੀ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵਡ ਭਾਗੀ ਜੇ ਉਹਨਾਂ ਮਿਲ ਰਹੇ, ਅਨ ਦਿਨ ਨਾਮ ਲਾਏ ਨਾ। ਜਿਹੜੇ ਗੁਣਕਾਰੀ ਹਨ ਉਹ ਕੀ ਕਰਦੇ ਨੇ? ਗੁਣਕਾਰੀ ਗੁਣ ਸੰਗ੍ਰਹਿ, ਤੇ ਉਹ ਗੁਣਾਂ ਨੂੰ ਇਕੱਠਾ ਕਰਦੇ ਨੇ। ਆਪ ਵੀ ਗੁਣਾਂ ਨੂੰ ਇਕੱਠਾ ਕਰਦੇ ਨੇ ਤੇ ਹੋਰਨਾਂ ਨੂੰ ਵੀ ਉਹ ਉਪਦੇਸ਼ ਕਰਦੇ ਨੇ ਕਿ ਤੁਸੀਂ ਵੀ ਇਹ ਚੰਗੇ ਗੁਣ ਇਕੱਠੇ ਕਰਦੇ ਜਾਓ, ਚੰਗੇ ਗੁਣ ਇਕੱਠੇ ਕਰਦੇ ਜਾਓ। ਤੋ ਧੰਨ ਗੁਰੂ ਅਮਰਦਾਸ ਸਾਹਿਬ ਦੇ ਬੋਲ ਨੇ ਕਿ ਉਹ ਸੇਵਕ ਗੁਰੂ ਦੇ ਪਿਆਰ ਵਾਲੇ, ਉਹ ਵਡਭਾਗੀ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ। ਦਿਨ ਔਰ ਰਾਤ ਉਹਨਾਂ ਦੇ ਕੋਲ ਬੈਠ ਕੇ ਇਲਾਹੀ ਬੋਲ ਸੁਣਦੇ ਨੇ ਤੇ ਫਿਰ ਉਹ ਵੀ ਸਮਾਂ ਪਾ ਕੇ ਨਾਮ ਦੀ ਕਦਰ ਸਮਝ ਲੈਂਦੇ ਨੇ, ਨਿਰੰਕਾਰ ਦੀ। ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਬੈਠਦੇ ਨੇ ਜੀ। ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ, ਏਕੋ ਹੈ ਦਾਤਾਰ ਸੱਚਾ ਆਪ ਧਣੀ। ਤੇ ਕਈ ਦਫਾ ਮਨੁੱਖ ਚਿੰਤਾ ਕਰਦਾ ਹੈ ਰੋਜੀ ਦੀ। ਰੋਜ਼ ਅਸੀਂ ਬੋਲ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤ ਮੈਂ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਦਰਿਆ। ਸਾਹਿਬ ਕਹਿੰਦੇ ਨੇ ਤੂੰ ਰੋਜੀ ਦੀ ਚਿੰਤਾ ਨਾ ਕਰ, ਤੂੰ ਰਾਜਕ ਦਾ ਚਿੰਤਨ ਕਰ, ਰਾਜਕ ਦਾ ਸਿਮਰਨ ਕਰ। ਕਿਉਂਕਿ ਰੋਜੀ ਦੀ ਚਿੰਤਾ ਰਾਜਕ ਦੇ ਝੋਲੀ ਵਿੱਚ ਹੈ ਔਰ ਰਾਜਕ ਦਾ ਚਿੰਤਨ ਆਪ ਜੀ ਦੀ ਝੋਲੀ ਵਿੱਚ ਹੈ। ਧਿਆਨ ਦੇ ਨਾਲ ਸੁਣਨਾ, ਮੈਂ ਫਿਰ ਅਰਜ਼ ਕਰਾਂ। ਰੋਜੀ ਦੀ ਚਿੰਤਾ ਰੱਬ ਦੇ ਕੋਲ ਹੈ ਔਰ ਰੱਬ ਦਾ ਚਿੰਤਨ ਆਪ ਜੀ ਦੇ ਕੋਲ ਹੈ। ਆਪ ਜੀ ਨੇ ਚਿੰਤਨ ਕਰਨਾ ਹੈ, ਚਿੰਤਾ ਨਹੀਂ ਕਰਨੀ ਹੈ। ਲੇਕਿਨ ਹੋਇਆ ਕਿ ਗੁਸਤਾਖੀ ਮਾਫ, ਪੁੱਠਾ ਕੰਮ ਕਰ ਬੈਠੇ। ਚਿੰਤਾ ਅਸੀਂ ਕਰਦੇ ਪਏ ਹਾਂ ਰੋਜੀ ਦੀ ਔਰ ਚਿੰਤਨ ਕੋਈ ਹੋਰ ਕਰਦਾ ਪਿਆ ਹੈ। ਕਹਿੰਦੇ ਨੇ ਨਹੀਂ, ਤੂੰ ਉਹਦਾ ਚਿੰਤਨ ਕਰ। ਉਹ ਹਰ ਇੱਕ ਨੂੰ ਸੰਭਾਲ ਸੰਭਾਲ ਕੇ ਰੋਜੀ ਦਿੰਦਾ ਹੈ ਜਿਨ੍ਹਾਂ ਨੇ ਇਹ ਸ੍ਰਿਸ਼ਟੀ ਬਣਾਈ ਹੈ। ਕਿਉਂਕਿ ਦਾਤਾਰ ਉਹ ਇੱਕ ਆਪ ਹੈ, ਉਹ ਸੱਚਾ ਹੈ, ਆਪ ਹੈ ਤੇ ਧਣੀ ਹੈ, ਉਹ ਮਾਲਕ ਹੈ। ਉਹਦੇ ਹੱਥ ਵਿੱਚ ਰਿਜ਼ਕ ਹੈ ਤੇ ਉਹਦੀ ਇਬਾਦਤ ਕਰ ਜੀ। ਸੋ ਸੱਚ ਤੀਰੈ ਨਾਲ ਹੈ, ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮੇਲ ਲਏ, ਸੋ ਪ੍ਰਭ ਸਦਾ ਸਮਾਲ। ਅਕਸਰ ਮਨੁੱਖ ਕਹਿ ਦਿੰਦਾ ਹੈ ਕਿ ਨਾਮ ਜਪਣ ਵਾਲੇ ਵੀ ਕਹਿ ਦਿੰਦੇ ਨੇ, ਗਿਆਨੀ ਜੀ ਸਿਮਰਨ ਬਹੁਤ ਕਰਦੇ ਹਾਂ ਪਰ ਫਿਰ ਵੀ ਦੁੱਖ ਹੀ ਦੁੱਖ ਨੇ, ਦੁੱਖ ਹੀ ਦੁੱਖ ਨੇ। ਫਲਾਣੇ ਬੰਦੇ ਨੂੰ ਦੇਖ ਲਵੋ, ਕਦੇ ਸਿਮਰਨ ਸਾਧਨਾ ਨਹੀਂ ਹੈ, ਫਿਰ ਵੀ ਸੁੱਖ ਹੀ ਸੁੱਖ ਨੇ। ਤਾਂ ਆਲਮਾ ਦਾ ਕਹਿਣਾ ਹੈ, ਐ ਪੁਰਖਾ ਤੇਰੇ ਕੋਲ ਸਿਮਰਨ ਸਾਧਨਾ ਹੈ ਪਰ ਦੁੱਖ ਹੀ ਦੁੱਖ ਹਨ। ਤਾਂ ਇੱਕ ਗੱਲ ਚੇਤੇ ਰੱਖਣਾ, ਸਿਮਰਨ ਕਰਕੇ ਗੁਰੂ ਤੇਰੇ ਨਾਲ ਹੈ, ਪ੍ਰਭੂ ਤੇਰੇ ਨਾਲ ਹੈ। ਔਰ ਉਸ ਮਨੁੱਖ ਦੇ ਕੋਲ ਸਿਮਰਨ ਸਾਧਨਾ ਨਹੀਂ ਹੈ, ਸੁੱਖ ਬੇਸ਼ੱਕ ਉਹਦੇ ਕੋਲ ਨੇ ਪਰ ਪਰਮਾਤਮਾ ਉਹਦੇ ਨਾਲ ਨਹੀਂ ਹੈ, ਨਾਲ ਨਹੀਂ ਹੈ। ਉਹ ਸੱਚ ਤੇਰੇ ਨਾਲ ਹੈ। ਗੁਰਮੁਖ ਨਦਰ ਨਿਹਾਲ, ਗੁਰੂ ਦੇ ਬੋਲ ਸੁਣ ਸੁਣ ਕੇ ਤੈਨੂੰ ਸਮਝ ਆਵੇਗੀ। ਕਿਉਂਕਿ ਆਪੇ ਬਖਸ਼ੇ ਮੇਲਿਅਨ, ਉਹ ਆਪ ਰਹਿਮਤ ਕਰਕੇ, ਬਖਸ਼ਿਸ਼ ਕਰਕੇ, ਉਹ ਆਪ ਆਪਣਾ ਨਾਮ ਦੇ ਕੇ, ਰਹਿਮਤ ਕਰਕੇ ਉਹ ਆਪ ਮਿਲਨ ਕਰਦਾ ਹੈ ਜੀ। ਮਨ ਮੈਲਾ ਸਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਭ ਮਿਲੇ ਤਾਂ ਮਿਲ ਰਹਿ, ਹਉਮੈ ਸ਼ਬਦ ਜਲਾਏ।
ਅਕਸਰ ਦੇਖਣ ਵਿੱਚ ਆਇਆ, ਇਹ ਨਿਯਮ ਹੈ ਕੁਦਰਤ ਦਾ, ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ ਕਦੇ ਵੀ। ਸਜਾਤੀ ਮੇਲ ਲੱਕੜੀ ਦਾ ਲੱਕੜੀ ਨਾਲ ਮੇਲ ਸਜਾਤੀ ਮੇਲ ਹੈ, ਸੋਨੇ ਦਾ ਸੋਨੇ ਨਾਲ ਮੇਲ ਸਜਾਤੀ ਮੇਲ ਹੈ, ਲੋਹੇ ਦਾ ਲੋਹੇ ਨਾਲ ਮੇਲ ਸਜਾਤੀ ਹੈ। ਪਰ ਜੇ ਕਿਧਰੇ ਕਹਿ ਦਈਏ ਇੱਕ ਤਰਫ ਲੋਹਾ ਹੋਵੇ ਦੂਜੇ ਤਰਫ ਸੋਨਾ ਹੋਵੇ, ਸਜਾਤੀ ਮੇਲ ਨਹੀਂ ਹੈ, ਇਹ ਵਿਜਾਤੀ ਮੇਲ ਹੋ ਗਿਆ। ਪਰਮਾਤਮਾ ਸੱਚ ਹੈ, ਪਰ ਜੇ ਕਿਧਰੇ ਮਨੁੱਖ ਝੂਠ ਦਾ ਸਹਾਰਾ ਲੈ ਕੇ ਉਹਦੇ ਕੋਲ ਜਾਣਾ ਚਾਹਵੇ, ਗੁਸਤਾਖੀ ਮਾਫ ਨਹੀਂ ਜਾ ਸਕਦਾ, ਕਿਉਂਕਿ ਵਿਜਾਤੀ ਮੇਲ ਹੈ, ਸਜਾਤੀ ਮੇਲ ਚਾਹੀਦਾ ਹੈ। ਤਾਂ ਸਾਹਿਬ ਕਹਿੰਦੇ ਨੇ ਕਿ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਮਨ ਤਾਂ ਮੈਲਾ ਹੈ ਪਰ ਪਰਮਾਤਮਾ ਸੱਚ ਹੈ, ਮਿਲਨ ਕਿਵੇਂ ਹੋਵੇ? ਤਾਂ ਸਾਹਿਬ ਕਹਿੰਦੇ ਨੇ ਪ੍ਰਭ ਮੈਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ। ਜਦੋਂ ਹਉਮੈ ਖਤਮ ਹੋ ਜਾਂਦਾ। ਹੁਣ ਮੈਂ ਇੱਕ ਛੋਟੀ ਜਿਹੀ ਅਰਜ਼ ਕਰਾਂ, ਜੇ ਧਨ ਇਕੱਠਾ ਕਰਨਾ ਹੋਵੇ ਬਹੁਤ ਸਾਰਾ ਕੰਪੀਟੀਸ਼ਨ ਹੈ, ਦੀਵਾਰ ਖੜੀ ਹੈ। ਨੌਕਰੀ ਲੈਣੀ ਹੋਵੇ ਬਹੁਤ ਕੰਪੀਟੀਸ਼ਨ ਹੈ, ਦੀਵਾਰ ਖੜੀ ਹੈ। ਰੁਤਬਾ ਹਾਸਲ ਕਰਨਾ ਹੋਵੇ ਬਹੁਤ ਕੰਪੀਟੀਸ਼ਨ ਹੈ, ਦੀਵਾਰਾਂ ਖੜੀਆਂ ਹੋਈਆਂ ਨੇ। ਪਰ ਮੈਂ ਇੱਕ ਅਰਜ਼ ਕਰਾਂ, ਰੱਬ ਦੇ ਨਾਲ ਮਿਲਣਾ ਹੋਵੇ ਕੋਈ ਦੀਵਾਰ ਨਹੀਂ ਹੈ, ਕੋਈ ਕੰਪੀਟੀਸ਼ਨ ਨਹੀਂ ਹੈ, ਕੁਛ ਵੀ ਨਹੀਂ। ਪਰ ਹਾਂ ਜੇ ਕਿਧਰੇ ਦੀਵਾਰ ਹੈ ਤੇ ਗੁਸਤਾਖੀ ਮਾਫ ਉਹ ਅਸੀਂ ਖੁਦ ਹੀ ਹਾਂ। ਹਉ ਮੈਂ ਸੀ, ਮੈਂ ਹਾਂ, ਮੈਂ ਹੀ ਰਵਾਂ, ਮੇਰੀ ਹੀ ਹੋਂਦ ਰਵੇ। तो एक आलम कहता है, ना था कुछ तो खुदा था, कुछ ना होता तो खुदा होता, डुबोया मुझको होने ने, ना होता मैं तो क्या होता। कहते ने तू इस हौमे नूं खत्म कर तां तेरा मिलन होवेगा। सो साहो सच्चा विसरै त्रिग जीवन संसार, नदर करे ना विसरै गुरमति विचार। ऐसा प्रभु जे किधरे विसर जावे, जेड़ा कि सच्चा मालिक है वो विसर जावे, ऐ पुरखा तेरा जीना दरग है, दरग। धन गुरु गोबिंद सिंह महाराज भाई साहब ने पुछदे ने, भाई नंदलाल जी नूं, भाई साहब जी एक गल दस, तू कदे कोई ऐसा काम कीता है जो करके पछताना पिया होवे? भाई साहब जी कहन लगे, महाराज दिन विच पता नहीं कितनी दफ़ा ऐसा कर्म हो जाता है जो फिर मैनू पछताना पैंदा है। हद हो गई भाई साहब जी। कदे तो तू कहंदा है, हवाए बंदगी आवरद दर वजूद मरा, वगर ना जौक चो नहीं आमदन नाबूद मरा। कदे कहंदा है तेरी बंदगी मैनू खिंच के लियाई है, कदे कह दिंदा है मेरे तो भी कर्म हो जाते हैं, मैं फिर बाद विच पछताना। तो जरा मैनू भी दस किहड़े कर्म हो गए तेरे तो भाई साहब जी कहन लगे, जदों तू विसर जाता है उदों मैनू पछतावा होंदा है, उदों मैं समझना दरग जीवन संसार, नदर करे ना विसरे गुरमति विचार। मेरे ते रहमत कर, मैनू तू कदे भी ना विसरे। सतगुर मिले ता मिल रहा, साच रखा उर धार, मिलिया हुए ना भी छोड़े गुर कै हेत प्यार। कहते ने फिर मिलन भी किवें होवे? पातशाह जी मेरा जीवन तां पंगू है, तू मेरे ते रहमत कर, तू मेरी उंगली फट। सतगुरु मेले तां मिल रहा, साच रखों उरदार। मैं अपने उर विच हिरदे विच तैनूं धारण करके रखिया, क्योंकि मिलिया होए ना विछड़े गुर के हेत प्यार। एक दफ़ा मिलन हो गया फिर विछोड़ा नहीं होंदा, नहीं होंदा फिर, क्योंकि ये बहुत वड्डा बिरद है। धन गुरु गोबिंद सिंह महाराज की मैंने छोटी जी गल चेते आ गई। किसी सिख ने पूछ लिया कि महाराज जे किधरे कोई सिख उंगली छड़ा के चला जावे, आप जी नूं छड्ड के चला जावे, फिर? धन गुरु गोबिंद सिंह महाराज कहन लगे, बेशक वो पिठ दे के चला जावे, पर मैं पिठ कदे भी नहीं देंदा सिख नूं, कदे नहीं देंदा। मैं उसनों तकदा रहना कि किस वेले ये मैनू देखे, मैं फिर अपने कोल बुला लवां, फिर अपने कोल बिठा लवां। ये प्यार, ये रहमत वो आप करदा है। मिलिया होए ना विछड़े गुर के हेत प्यार, ਉਹਦੇ ਨਾਲ प्यार कीता, कहंदे ने फिर विछोड़ा नहीं होवेगा जी।
ਪਿਰਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਪਿਰ ਸਾਲਾ ਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਗੁਰੂ ਸ਼ਬਦ ਦੇ ਰਾਹੀਂ, ਵਿਚਾਰ ਦੇ ਰਾਹੀਂ ਉਸ ਦੀ ਇਬਾਦਤ ਕਰ। ਤਾਂ ਮੈਂ ਕਈ ਦਫਾ ਅਰਜ਼ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਾਵੇਂ ਇੱਕ ਅੰਗ ਪੜ੍ਹੋ, ਪਰ ਵਿਚਾਰ ਵਿਚਾਰ ਕੇ ਪੜ੍ਹੋ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ, ਕੀ ਕਹਿ ਰਹੇ ਨੇ। ਜੇ ਵਿਚਾਰ ਕਰਕੇ ਅਸੀਂ ਪੜ੍ਹਾਂਗੇ ਤਾਂ ਸਾਹਿਬ ਕਹਿੰਦੇ ਨੇ, ਮਿਲ ਪ੍ਰੀਤਮ ਸੁਖ ਪਾਇਆ ਸ਼ੋਭਾਵੰਤੀ ਨਾਰ। ਉਸ ਪ੍ਰੀਤਮ ਦੇ ਨਾਲ ਮਿਲਨ ਹੋ ਗਿਆ, ਉਹ ਜੀਵ ਇਸਤਰੀ ਸ਼ੋਭਾਵੰਤੀ ਹੋ ਗਈ ਜੀ। ਮਨਮੁਖ ਮਨ ਨਾ ਭਿਜਈ, ਅਤ ਮੈਲੇ ਚਿੱਤ ਕਠੋਰ, ਸੱਪੈ ਦੁੱਧ ਪੀਆਈਐ ਅੰਦਰ ਵਿਸ ਨਿਕੋਰ। ਮਨਮੁਖ ਮਨ ਨਾ ਭਿਜਈ, ਅਤ ਮੈਲੇ ਚਿੱਤ ਕਠੋਰ। ਮਨਮੁਖ ਕੌਣ ਹੈ? ਮਨਮੁਖ ਕਹਿੰਦੇ ਨੇ ਜਿਨ੍ਹਾਂ ਦਾ ਖਾਣਾ ਪੀਣਾ ਉੱਠਣਾ ਬੈਠਣਾ ਆਪਣੇ ਮਨ ਦੇ ਮੁਤਾਬਿਕ ਹੋਵੇ, ਮਨਮੁਖ ਹੈ। ਔਰ ਜਿਨ੍ਹਾਂ ਦੀ ਪੂਰੀ ਦਿਨਚਰਿਆ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਮੁਤਾਬਿਕ ਹੋਵੇ, ਬਸ ਉਹੀ ਗੁਰਮੁਖ ਹੈ। ਜਿਹਦਾ ਮੁਖੜਾ ਗੁਰੂ ਵੱਲ ਹੈ, ਗੁਰਮੁਖ ਹੈ। ਔਰ ਜਿਹਦਾ ਮੁਖੜਾ, ਜਿਨ੍ਹਾਂ ਦੀ ਬਿਰਤੀ ਆਪਣੇ ਵੱਲ ਹੈ, ਮਨਮੁਖ ਹੈ। ਤਾਂ ਸਾਹਿਬ ਕਹਿੰਦੇ ਨੇ ਕਿ ਐਸਾ ਮਨੁੱਖ ਤਾਂ ਇਸ ਤਰ੍ਹਾਂ ਦਾ ਹੈ ਕਿ ਸੱਪੇ ਦੁੱਧ ਪਿਆਈ ਹੈ ਅੰਦਰ ਵਿਸ ਨਿਕੋਰ। ਉਹਦੇ ਅੰਦਰ ਤਾਂ ਵਿਸ ਹੈ। ਔਰ ਕਈ ਦਫਾ ਜੇ ਕਿਧਰੇ ਗੌਰ ਮੁਤਾਲਾ ਕਰੀਏ ਤੇ ਸੱਪ ਆਪਣੇ ਹੀ ਜ਼ਹਿਰ ਦੇ ਨਾਲ ਇਤਨਾ ਦੁਖੀ ਹੋ ਜਾਂਦਾ ਹੈ, ਮਜਬੂਰਨ ਉਸ ਨੂੰ ਥਾਂ ਥਾਂ ਤੇ ਜਾ ਕੇ ਆਪਣਾ ਜ਼ਹਿਰ ਸੁੱਟਣਾ ਪੈਂਦਾ ਹੈ। ਤੇ ਮਨਮੁਖ ਵੀ ਉਸੇ ਤਰ੍ਹਾਂ ਦਾ ਹੀ ਹੈ, ਉਹਦੇ ਅੰਦਰ ਵੀ ਵਿਕਾਰਾਂ ਦਾ ਜ਼ਹਿਰ ਭਰਿਆ ਰਹਿੰਦਾ ਹੈ ਜੀ। ਆਪ ਕਰੇ ਕਿਸ ਆਖੀਐ ਆਪੇ ਬਖਸ਼ਨਹਾਰ, ਗੁਰ ਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ। ਇੱਥੇ ਅਰਜ਼ ਕੀਤੀ ਹੈ, ਐ ਪ੍ਰਭੂ ਹੁਣ ਜੀਵ ਦਾ ਵੀ ਕੀ ਦੋਸ਼ ਹੈ, ਜੀਵ ਦੇ ਵਸ ਵਿੱਚ ਕੀ ਹੈ, ਤੂੰ ਆਪ ਹੀ ਬਖਸ਼ਣਹਾਰ ਹੈ। ਤੂੰ ਰਹਿਮਤ ਕਰ ਆਪਣਾ ਸ਼ਬਦ ਦੇ ਕੇ ਔਰ ਇਸ ਨੂੰ ਸੰਵਾਰ ਲੈ, ਇਸ ਤੇ ਰਹਿਮਤ ਕਰਕੇ ਇਸ ਦਾ ਜੀਵਨ ਨਿਹਾਲ ਕਰ ਦੇ। ਸੱਚਾ ਸਾਹੋ ਸੱਚੇ ਵਨ ਜਾਰੀ, ਉਥੈ ਕੂੜੇ ਨਾ ਟਿਕਾਨ, ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ। ਕਹਿੰਦੇ ਨੇ ਉਹ ਸ਼ਾਹ ਆਪ ਸੱਚਾ ਹੈ, ਉਹਦੇ ਵਣਜਾਰੇ ਵੀ ਸੱਚੇ ਨੇ, ਪਰ ਉੱਥੇ ਜਿਹੜੇ ਝੂਠੇ ਨੇ ਉੱਥੇ ਉਹ ਟਿਕ ਨਹੀਂ ਪਾਉਂਦੇ। ਕਿਉਂ? ਕਿਉਂਕਿ ਉਹਨਾਂ ਸੱਚ ਨਾ ਭਾਵਈ ਦੁਖੀ ਮਾਹੇ ਪਚਨ। ਕਹਿੰਦੇ ਨੇ ਉਸ ਝੂਠੇ ਮਨੁੱਖ ਨੂੰ ਸੱਚ ਕਬੂਲ ਨਹੀਂ ਹੈ, ਕਿਉਂਕਿ ਉਹਦੀ ਖੁਰਾਕ ਕੁਝ ਹੋਰ ਹੈ। ਤਾਂ ਸੱਚ ਦੇ ਦਰਬਾਰ ਵਿੱਚ ਸੱਚ ਦਾ ਹੀ ਬੈਠਣਾ ਕਬੂਲ ਹੁੰਦਾ ਹੈ, ਉਸ ਇਲਾਹੀ ਦਰਗਾਹ ਵਿੱਚ। ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ, ਪਇਐ ਕਿਰਤ ਕਮਾਵਨਾ ਕੋਏ ਨਾ ਮਿਟਨ ਹਾਰ। ਇਹ ਬਹੁਤ ਵੱਡਾ ਰੋਗ ਮਨੁੱਖ ਦੇ ਵਿੱਚ ਹੈ। ਮੈਂ ਕੀਤਾ, ਮੈਂ ਨਾ ਹੁੰਦਾ ਨਹੀਂ ਹੋਣਾ ਸੀ, ਇਹ ਮੇਰੇ ਕਰਕੇ ਹੋਇਆ, ਪਰਿਵਾਰ ਮੇਰੇ ਕਰਕੇ ਚੱਲ ਰਿਹਾ ਹੈ। ਕਹਿੰਦੇ ਨੇ ਹਉਮੈ ਮੈਲਾ ਜਗ ਫਿਰੈ ਮਰ ਜੰਮੇ ਵਾਰੋਂ ਵਾਰ। ਹਉਮੈ ਕਰਕੇ ਹੀ ਜਨਮ ਹੁੰਦਾ ਹੈ, ਹਉਮੈ ਕਰਕੇ ਹੀ ਮੌਤ ਹੋ ਜਾਂਦੀ ਹੈ। ਪਈਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ। ਕਹਿੰਦੇ ਨੇ ਫਿਰ ਇਸੇ ਤਰ੍ਹਾਂ ਦੀ ਖੇਡ ਚੱਲਦੀ ਰਹਿੰਦੀ ਹੈ, ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ। ਫਿਰ ਇਸ ਜਨਮ ਔਰ ਮਰਨ ਦੇ ਗੇੜੇ ਨੂੰ ਕੋਈ ਵੀ ਨਹੀਂ ਮਿਟਾ ਸਕਦਾ ਜੀ। ਸੰਤਾ ਸੰਗਤ ਮਿਲ ਰਹੈ ਤਾਂ ਸੱਚ ਲੱਗੈ ਪਿਆਰ, ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ। ਤੇ ਜੇ ਕਿਧਰੇ ਸੱਚ ਦੀ ਸੰਗਤ ਵਿੱਚ ਤੂੰ ਬੈਠਾ ਰਵੇਂ, ਤੇਰੇ ਅੰਦਰ ਇੱਕ ਪ੍ਰੇਮ ਉਮੜੇਗਾ, ਪਿਆਰ ਪੈਦਾ ਹੋਵੇਗਾ। ਔਰ ਸੱਚ ਸਲਾਹੀ ਸੱਚ ਮਨ ਦਰ ਸੱਚੇ ਸਚਿਆਰ। ਕਿਉਂਕਿ ਕਈ ਦਫਾ ਮੈਂ ਅਰਜ਼ ਕਰਨਾ, ਔਰ ਆਪ ਜੀ ਜਦੋਂ ਜਪ ਬਾਣੀ ਪੜ੍ਹਦੇ ਹੋ ਉਹਦੇ ਵਿੱਚੋਂ ਇੱਕੋ ਹੀ ਸਵਾਲ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਸਚਿਆਰ ਕਿਵੇਂ ਹੋਈ ਹੈ, ਦੀਵਾਰ ਕਿਵੇਂ ਟੁੱਟੇ? ਤਾਂ ਸਾਹਿਬ ਕਹਿੰਦੇ ਨੇ ਤੂੰ ਸਤ ਦੀ ਸੰਗਤ ਵਿੱਚ ਬੈਠ, ਤੇਰਾ ਹਉਮੈ ਖਤਮ ਹੋਵੇ, ਤੇਰੀ ਹੰਕਾਰ ਦੀ ਬਿਰਤੀ ਦਾ ਨਾਸ਼ ਹੋਵੇ। ਗੁਰ ਪੂਰੇ ਪੂਰੀ ਮਤ ਹੈ
ਅਹਨਿਸ ਨਾਮ ਧਿਆਏ। ਹਉ ਮੈਂ ਮੇਰਾ ਵੱਡ ਰੋਗ ਹੈ, ਵਿੱਚੋਂ ਠਾਕ ਰਹਾਏ। ਕਹਿੰਦੇ ਨੇ ਜਿਹੜੀ ਗੁਰੂ ਦੀ ਮਤ ਹੈ ਉਹ ਪੂਰੀ ਮਤ ਹੈ, ਤਾਂ ਉਸ ਨੂੰ ਗਾ ਕੇ ਤੂੰ ਆਪਣੀ ਵੀ ਮਤ ਪੂਰੀ ਕਰ ਲੈ। ਕਬੀਰ ਸਾਹਿਬ ਅਕਸਰ ਕਹਿੰਦੇ ਸੀ, ਕਬੀਰ ਇਹ ਤਨ ਜ਼ਹਿਰ ਕੀ ਬੇਲੜੀ, ਗੁਰੂ ਅੰਮ੍ਰਿਤ ਕੀ ਖਾਨ, ਸ਼ੀਸ਼ ਦੀਏ ਅੰਮ੍ਰਿਤ ਮਿਲੇ ਤੋ ਵੀ ਸਸਤਾ ਜਾਨ। ਵਾਹ। ਕਹਿੰਦੇ ਨੇ ਇਹ ਤਨ ਜ਼ਹਿਰ ਦੀ ਬੇਲੜੀ ਹੈ, ਗੁਰੂ ਖਾਨ ਹੈ ਅੰਮ੍ਰਿਤ ਦੀ। ਤੇ ਜੇ ਕਿਧਰੇ ਹਉਮੈ ਮੇਰਾ ਵੱਡਾ ਰੋਗ ਹੈ, ਕਹਿੰਦੇ ਨੇ ਵਿੱਚੋਂ ਠਾਕ ਰਹਾ ਹੈ। ਜੇ ਕਿਧਰੇ ਦੀਵਾਰ ਹੈ ਨਿਰੰਕਾਰ ਦੇ ਨਾਲ ਮਿਲਣ ਵਿੱਚ, ਹੋਰ ਕੋਈ ਦੀਵਾਰ ਨਹੀਂ ਹੈ। ਗੁਸਤਾਖੀ ਮਾਫ, ਅਸੀਂ ਖੁਦ ਹੀ ਦੀਵਾਰ ਹਾਂ, ਸਾਡਾ ਹੰਕਾਰ ਦੀਵਾਰ ਹੈ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕਛ ਮਰਤਬਾ ਚਾਹੇ, ਕਿ ਦਾਨਾ ਖਾਕ में मिल के गुले गुलजार होता है। हाँ जी। ਗੁਰ ਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ, ਤਨ ਮਨ ਸੌਂਪੀ ਆਗੈ ਧਰੀ, ਵਿੱਚੋਂ ਆਪ ਗਵਾਏ। ਗੁਰੂ ਦੀ ਸਲਾਨਾ ਕਰਦਿਆਂ ਕਰਦਿਆਂ ਜੀਵਨ ਵਿੱਚ ਇਤਨੀ ਨਿਮਰਤਾ ਆ ਗਈ, ਨਿਵ ਨਿਵ ਲਾਗਾ ਪਾਏ, ਨਿਵ ਨਿਵ ਲਾਗਾ। ਫਿਰ ਇਹ ਨਹੀਂ ਦੇਖਣਾ ਕਿ ਮੈਂ ਜਿਹਦੇ ਸਾਹਮਣੇ ਝੁਕਦਾ ਪਿਆ ਇਹ ਕੌਣ ਹੈ, ਕਿਉਂਕਿ ਸ਼ਬਦ ਬਹੁਤ ਵੱਡਾ ਸੀ ਤੇ ਗਹਿਰਾਈ ਵਿੱਚ ਨਹੀਂ ਜਾ ਪਾਏ। तो एक आलम ਦਾ कहना है कि बेखुदी में हम तो तेरा दर समझ कर झुक गए, अब तो ही मालूम कि वो काबा था कि बुतखाना था। हर थां ते निमरता, हर थां ते झुकना। तो इस तरह तन मन सौंपे आगे धरी, विचों आप गवाए। मैं अपना सब कुछ गुरु दे चरनां विच समर्पित कर दिता जी। खिंचो तान विगुचीऐ एक स्यों लिवलाए, हो मैं मेरा छड़ तू ਤਾਂ ਸੱਚ ਰਹਿ ਸਮਾਏ। ਖਿੱਚੋ ਤਾਣ ਹੀ ਚਲਦੀ ਰਹਿੰਦੀ ਹੈ ਸਾਡੇ ਵਿੱਚ, ਜੀਵਨ ਦੇ ਵਿੱਚ, ਸਾਡੀ ਗਿਆਨੇਂਦਰੀਆਂ ਦੀ। ਤੇ ਕਹਿੰਦੇ ਨੇ ਇਹਨਾਂ ਦਾ ਖਾਤਮਾ ਹੋਵੇਗਾ ਜਦੋਂ ਤੂੰ ਇੱਕ ਨਾਲ ਪ੍ਰੀਤ ਜੋੜੇਗਾ। ਹਉਮੈ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ, ਆਪਣਾ ਹੰਕਾਰ ਮਿਟਾ ਸੱਚ ਵਿੱਚ ਲੀਨ ਹੋ। ਸਤਿਗੁਰ ਨੋ ਮਿਲੇ ਸੇ ਭਾਏਰਾ, ਸੱਚਾ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੁੜੇ, ਦਰ ਸੱਚਾ ਦਿਸਨ। ਜਿਹੜੇ ਸੱਚ ਦੇ ਨਾਲ ਜੁੜ ਗਏ ਨੇ ਉਹੀ ਮੇਰੇ ਮਿੱਤਰ ਨੇ, ਉਹੀ ਮੇਰੇ ਭਾਈ ਨੇ। ਔਰ ਇੱਕ ਦਫਾ ਉਹਨਾਂ ਦੇ ਨਾਲ ਜਦੋਂ ਮਿਲਨ ਹੋਇਆ, ਸੱਚ ਮਿਲੇ ਸੇ ਨਾ ਵਿਛੜੈ, ਦਰ ਸੱਚੇ ਦਿਸਨ। ਉਹ ਇੱਥੇ ਵੀ ਸਾਡੇ ਸਾਥੀ ਨੇ, ਇਲਾਹੀ ਦਰਗਾਹ ਦੇ ਵਿੱਚ ਵੀ ਸਾਡੇ ਸਾਥੀ ਨੇ। ਸੇ ਭਾਈ ਸੇ ਸਜਣਾ ਜੋ ਸੱਚਾ ਸੇਵਨ, ਅਵਗਣ ਵਿਕਣ ਪਲਰਣ, ਗੁਣ ਕੀ ਸਾਂਝ ਕਰਨ। ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ ਜੋ ਸੱਚ ਦੀ ਇਬਾਦਤ ਕਰਦਾ ਹੈ। ਕਿਉਂਕਿ ਜਿਵੇਂ ਜਿਵੇਂ ਔਗੁਣ ਖਤਮ ਹੁੰਦੇ ਗਏ ਸਾਡੇ ਜੀਵਨ ਦੇ ਵਿੱਚੋਂ, ਗੁਣਾਂ ਦਾ ਵਿਕਾਸ ਹੁੰਦਾ ਗਿਆ, ਗੁਣਾਂ ਦੀ ਸਾਂਝ ਹੁੰਦੀ ਗਈ। ਗੁਣ ਕੀ ਸਾਂਝ ਸੁਖੀ ਉਪਜੈ, ਸੱਚੀ ਭਗਤ ਕਰੇਨ, ਸੱਚ ਵਣੰਜਹਿ ਗੁਰ ਸ਼ਬਦ ਸਿਓ, ਲਾਹਾ ਨਾਮ ਲਏਨ। ਗੁਰੂ ਦੇ ਗੁਣ ਇਕੱਠੇ ਕਰਦਿਆਂ ਕਰਦਿਆਂ, ਕਿਉਂਕਿ ਨਿਰੰਕਾਰ ਹੈ ਹੀ ਗੁਣਾਂ ਦਾ ਸਾਗਰ, ਗੁਣ ਇਕੱਠੇ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਭਗਤੀ ਦਾ ਆਵਿਰਭਾਵ ਹੋਇਆ। ਤੇ ਸਾਹਿਬ ਕਹਿੰਦੇ ਨੇ ਸੱਚ ਵਣਜੈ ਗੁਰ ਸ਼ਬਦ ਸਿਉ, ਲਾਹਾ ਨਾਮ ਲੈਣ। ਇਹੀ ਇੱਕ ਲਾਹਾ ਹੈ, ਇਹੀ ਮੁਨਾਫਾ ਹੈ। ਬਾਕੀ ਤਾਂ ਸਭ ਕੁਝ ਮਨੁੱਖ ਛੱਡ ਕੇ ਚਲਾ ਜਾਂਦਾ ਹੈ ਜੀ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੇ ਨਾ ਚਲਦਿਆਂ ਨਾਲ, ਵਿਨ ਨਾਵੇ ਨਾਲ ਨਾ ਚਲਸੀ, ਸਭ ਮੁੱਠੀ ਜਮਕਾਲ। ਮਨੁੱਖ ਦੀ ਇਹ ਚਾਹਤ ਹੁੰਦੀ ਹੈ, ਸੋਇਨਾ ਰੂਪਾ ਚਾਂਦੀ ਮੈਂ ਸਭ ਕੁਝ ਇਕੱਠਾ ਕਰ ਲਵਾਂ। ਸਾਹਿਬ ਕਹਿੰਦੇ ਨੇ ਫਿਰ ਪਾਪ ਵੀ ਕਰਨੇ ਪੈਂਦੇ ਨੇ। ਵਿਨ ਨਾਵੇ ਨਾਲ ਨਾ ਚਲਸੀ, ਸਭ ਮੁੱਠੀ ਜਮਕਾਲ। ਕਹਿੰਦੇ ਨੇ ਨਾਮ ਤੋਂ ਬਿਨਾਂ ਕਿਸੇ ਨੇ ਸਾਥ ਨਹੀਂ ਚੱਲਣਾ, ਫਿਰ ਠੱਗੇ ਹੀ ਗਏ ਨੇ। ਮਨ ਕਾ ਤੋ ਸਾਹਰ ਨਾਮ ਹੈ, ਹਿਰਦੈ ਰਖੋ ਸੰਭਾਲ, ਇਹੋ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਇਹ ਪੁਰਖਾ ਜਿਹੜਾ ਮਨ ਦਾ ਖਰਚਾ ਹੈ ਉਹਨੂੰ ਆਪਣੇ ਦਿਲ ਦੇ ਵਿੱਚ ਵਸਾ, ਉਹ ਹੈ ਨਾਮ। ਉਹ ਹੈ ਐਸਾ ਖਰਚਾ ਕਿ ਜਿਹੜਾ ਕਦੇ ਜਿਹਦੇ ਵਿੱਚ ਤੋਟ ਨਹੀਂ ਆਉਂਦੀ, ਅਖੁੱਟ ਹੈ। ਗੁਰਮੁਖ ਨਿਭੈ ਨਾਲ, ਇਹ ਨਾਮ ਅਖੀਰ ਤੱਕ, ਓੜਕ ਤੱਕ ਤੇਰੇ ਨਾਲ ਨਿਭੇਗਾ ਜੀ। ਇਹ ਮਨ ਮੂਲੋ ਭੁੱਲਿਆ, ਜਸ ਪਤ ਗਵਾਏ, ਇਹੋ ਜਗਤ ਮੋਹਿ ਦੂਜੈ ਵਿਆਪਿਆ, ਗੁਰਮਤੀ ਸੱਚ ਤੇ ਆਏ। ਕਹਿੰਦੇ ਨੇ ਕਿ ਇਹ ਮਨ ਭੁੱਲ ਗਿਆ, ਜਿਹਦੇ ਕਰਕੇ ਆਪਣੀ ਇੱਜ਼ਤ ਗਵਾ ਬੈਠਾ ਹੈ। ਔਰ ਇਹ ਜਗਤ ਮੋਹ ਦੇ ਵਿੱਚ ਇੰਨਾ ਫਸ ਗਿਆ
ਕਿ ਆਪਣੇ ਆਪ ਨੂੰ ਗੁਰੂ ਦੀ ਮਦਦ ਤੋਂ ਦੂਰ ਕਰ ਦਿੱਤਾ, ਜੋ ਚਾਹੀਦਾ ਸੀ ਸੱਚ ਦੇ ਨਾਲ ਪਿਆਰ ਕਰਨਾ। ਹਰ ਕੀ ਕੀਮਤ ਨਾ ਪਵੈ, ਹਰ ਜਸ ਲਿਖਣ ਨਾ ਜਾਈ। ਗੁਰ ਕੈ ਸ਼ਬਦ ਮਨ ਤਨ ਰਪੈ, ਹਰ ਸਿਉ ਰਹਿ ਸਮਾਈ। ਕਹਿੰਦੇ ਨੇ ਹਰੀ ਦੀ ਕੀਮਤ ਜਿਹੜੀ ਹੈ ਉਹ ਕੋਈ ਪਾ ਨਹੀਂ ਸਕਦਾ, ਹਰੀ ਦਾ ਜਸ ਜਿਹੜਾ ਉਹ ਅਸੀਂ ਲਿਖ ਨਹੀਂ ਸਕਦੇ, ਕਿਉਂਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਗੁਰ ਕੇ ਸ਼ਬਦ ਮਨ ਤਨ ਰਪੈ, ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਜੋੜਦਾ ਹੈ, ਉਹਦਾ ਮਨ ਵੀ ਰੰਗਿਆ ਗਿਆ, ਉਹਦਾ ਤਨ ਵੀ ਰੰਗਿਆ ਗਿਆ, ਔਰ ਰੂਹੇ ਜਮੀ ਤੇ ਆਣਾ ਉਹਦਾ ਸਫਲਾ ਹੋ ਗਿਆ ਜੀ। ਸੋ ਸਹੁ ਮੇਰਾ ਰੰਗੁਲਾ, ਰੰਗੇ ਸਹਿਜ ਸੁਭਾਈ। ਕਾਮਨ ਰੰਗ ਤਾਂ ਚੜੈ, ਜਾਂ ਪਿਰ ਕੈ ਅੰਕ ਸਮਾਈ। ਉਸ ਪ੍ਰਭੂ ਦਾ ਜਿਹੜਾ ਰੰਗ ਹੈ ਨਾਮ ਦਾ, ਉਹ ਤਾਂ ਚੜ੍ਹਦਾ ਹੈ ਜਦੋਂ ਮਨੁੱਖ ਦਾ ਜੀਵਨ ਸਹਿਜ ਹੋ ਜਾਂਦਾ ਹੈ। ਔਰ ਜੀਵ ਇਸਤਰੀ ਦੇ ਜੀਵਨ ਵਿੱਚ ਜਦੋਂ ਇਹ ਰੰਗ ਚੜ੍ਹ ਜਾਂਦਾ ਹੈ, ਕਹਿੰਦੇ ਨੇ ਗੁਰ ਕੈ ਅੰਕ ਸਮਾਏ। ਜੇ ਗੁਰੂ ਦੇ ਬੋਲ ਸੁਣ ਲੈਣੇ, ਗੁਰੂ ਦਾ ਉਪਦੇਸ਼ ਸੁਣ ਲਿਆ, ਇਹ ਨਾਮ ਦਾ ਰੰਗ ਫਿਰ ਤੇਰੇ ਤੇ ਵੀ ਚੜ੍ਹ ਜਾਵੇਗਾ ਜੀ। ਚਿਰੀ ਵਿਛੁਨੇ ਭੀ ਮਿਲਨ, ਜੋ ਸਤਿਗੁਰ ਸੇਵਨ। ਅੰਤਰ ਨਵ ਨਿਧ ਨਾਮ ਹੈ, ਖਾਨ ਖਰਚਨ ਨਾਨਕ ਖੁਟਈ। ਹਰ ਗੁਣ ਸਹਿਜ ਰਵਨ। ਬੇਸ਼ੱਕ ਮਨੁੱਖ ਕਿਤਨੇ ਹੀ ਜਨਮਾਂ ਤੋਂ ਭਟਕਦਾ ਆ ਰਿਹਾ ਹੈ, ਕਹਿਣ ਲੱਗੇ ਅੱਜ ਮੌਕਾ ਮਿਲਿਆ ਹੈ, ਤੂੰ ਅੱਜ ਉਹਦੇ ਨਾਲ ਪ੍ਰੀਤ ਜੋੜ। ਤੇਰੇ ਅੰਦਰ ਹੀ ਉਹ ਨਿਰੰਕਾਰ ਬੈਠਾ ਹੋਇਆ ਹੈ ਤੇ ਉਹਦੀ ਆਰਾਧਨਾ ਕਰਦਿਆਂ ਅੰਤਰ ਨਵਨਿਧ ਨਾਮ ਹੈ, ਖਾਨ ਖਰਚਨ। ਕਹਿੰਦੇ ਨੇ ਇਹ ਕਦੇ ਨਿਖੁੱਟ ਹੈ, ਇਹ ਕਦੇ ਖੁੱਟਦਾ ਨਹੀਂ ਹੈ, ਤੇ ਗੁਣਾਂ ਦਾ ਇਹ ਵਪਾਰ ਕਰ ਤਾਂ ਕਰਕੇ ਤੇਰਾ ਜੀਵਨ ਸਫਲ ਹੋ ਜਾਵੇ। ਨਾ ਹੋਏ ਜਨਮ ਹੈ ਨਾ ਮਰਹਿ, ਨਾ ਹੋਏ ਦੁਖ ਸਹਨ। ਗੁਰ ਰਾਖੇ ਸੇ ਉਬਰੇ, ਹਰ ਸਿਉ ਕੇਲ ਕਰਨ। ਕਹਿੰਦੇ ਨੇ ਜਿਹੜੇ ਮਨੁੱਖ ਨਾਮ ਦੇ ਨਾਲ ਜੁੜ ਗਏ ਨੇ, ਨਾ ਉਹ ਫਿਰ ਜਨਮ ਲੈਂਦੇ ਨੇ, ਨਾ ਉਹ ਮਰਦੇ ਨੇ, ਨਾ ਉਹਨਾਂ ਦੀ ਖਜਲ ਖੁਆਰੀ ਆਉਂਦੀ ਹੈ। ਉਹ ਨਿਰੰਕਾਰ ਦੇ ਦਰ ਤੇ ਪਹੁੰਚ ਗਏ, ਉਹ ਕਬੂਲ ਹੋ ਗਏ, ਔਰ ਜਿਤਨਾ ਵੀ ਸਮਾਂ ਉਹਨਾਂ ਨੂੰ ਹਾਸਿਲ ਹੋਇਆ ਉਹ ਖੁਸ਼ੀਆਂ ਖੇੜਿਆਂ ਦੇ ਵਿੱਚ ਹੀ ਗੁਜ਼ਾਰ ਕੇ ਚਲੇ ਜਾਂਦੇ ਨੇ ਜੀ। ਸੱਜਣ ਮਿਲੇ ਨਾ ਵਿਛੁੜੇ, ਜੇ ਅਨ ਦਿਨ ਮਿਲੇ ਰਹਨ। ਇਸ ਜਗ ਮਹਿ ਵਿਰਲੇ ਜਾਣੀਐ, ਨਾਨਕ ਸੱਚ ਲਹਨ। ਜਦੋਂ ਉਸ ਸੱਜਣ ਦੇ ਨਾਲ ਮਿਲਨ ਹੋ ਗਿਆ, ਕਹਿੰਦੇ ਨੇ ਫਿਰ ਵਿਛੋੜਾ ਕਦੇ ਵੀ ਨਹੀਂ ਆਉਂਦਾ, ਉਹਦੀ ਐਨੀ ਰਹਿਮਤ ਹੋ ਜਾਂਦੀ ਹੈ, ਇਹ ਜਨਮ ਸੰਵਰ ਜਾਂਦਾ ਹੈ, ਰੂਹੇ ਜਮੀ ਤੇ ਆਉਣਾ ਸਫਲਾ ਹੋ ਜਾਂਦਾ ਹੈ। ਆਓ ਕਰੋ ਕਿਰਪਾ, ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਸੱਜਣ ਮਿਲੇ ਨਾ ਵਿਛੋੜੇ, ਜੇ ਅਨ ਦਿਨ ਮਿਲੇ ਰਹਨ। ਇਸ ਜਗ ਮਹਿ ਵਿਰਲੇ ਜਾਣੀਐ, ਨਾਨਕ ਸੱਚ ਲਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ